परम सत्कारयोग सतगुरां दी साजी निवाजी गुरु रूप प्यारे गुरु सवारी साध संगत जी, आप सारियां संगतां गुरु दरबार दीयां हाजरियां नितनेम कर्म अनुसार भरदे हां। सतगुरां ने अमृत वेले की दात बख्शिश की है। और नाल ही नाल गुरसिखां की रसना तो गुरु ग्रंथ साहिब जी महाराज जी की पवित्र गुरबाणी सरवण की है। वड्डे भाग ने उस जिंदड़ी दे जिहड़ी जिंदगी नूं परमात्मा का नाम सुनन का गाउण का सुभाग समा मिले। गाउणा अते सुनना मनुख का उसे दिन सफला हो जाता है जिस दिन ये परमात्मा के सिमरन बंदगी दे विच लग के अपने जीवन दियां बहुत सारियां घड़ियां सफलियां कर लवे। अमृत दी दात अमृतमई बोल परमात्मा दे मनुखता दे कन्नी पैंदे ने। बड़ी रीझ दे नाल परमात्मा दी गुरबाणी सुनन वालियां नूं जीवन काल दे अंदर किसी तो पुछना नहीं पैंदा कि साडे वड्डे भाग वड्डे करम किस दिन होने ने, क्योंकि वड्डे भागां ते वड्डे कर्मां वालियां नूं चंगे कर्मां वालियां नूं सतगुरां दी गुरबाणी बड़ी मिठी लगदी है। सुनन दे विच उन्हां नूं बड़ा आनंद आउंदा है। गाउण दे विच बड़ा रस है, सुनन दे विच बड़ा रस है, आनंद है। परमात्मा ने इस धरती के टुकड़े ते जिन्ने भी अपने अस्थान बनाए हुए ने मनुखता वास्ते बनाए ने, ताकि मनुख दे अमृत वेले संध्या दे टाइम दो टाइम ते अमृत की वर्खा इस ते होवे ही होवे। जिहड़ा मनुख अमृत वेले परमात्मा दे अमृतमई बोल सुनदा है, ऐसे मनुख नूं गुरु नानक महाराज जी नित अमृत की दात बख्शिश करते हैं। ते जिहड़ी जिंदगी नूं नित अमृत मिलदा ही रवे, अमृतमई बोल मिलते ही रहन, वो एक ना एक दिन जिंदगी अमृत का रूप ही हो जाती है। परमात्मा के बोल सुनते ही रहना, गाउंदे ही रहना, एक ना एक दिन मनुख के अपने बोल खत्म हो जाते ने, देही दे विचों परमात्मा के बोल निकलते हैं। गुरु नानक देव साहिब जी महाराज नूं जन्मदाता देन वाली माता तृप्ता जी कहन लगे, गुरु नानक ये जिन्ने तुहाडे बोल ने ना, ये सारे दे सारे बोल मनुखता की समझ तो
ਉੱਚੇ ਨੇ, ਸ੍ਰੇਸ਼ਟ ਨੇ। ਤੁਸੀਂ ਕਿਹੜੇ ਵਕਤ ਤੇ ਕਿਹੜਾ ਅੰਮ੍ਰਿਤਮਈ ਸ਼ਬਦ ਉਚਾਰਨ ਕਰਨਾ ਇਹ ਤੇ ਤੁਸੀਂ ਜਾਣੋ। ਤੁਹਾਡੀ ਸਾਰ ਨੂੰ ਹੋਰ ਕੋਈ ਜਾਣ ਨਹੀਂ ਸਕਦਾ। ਤੇ ਬਿਲਕੁਲ ਰਸ ਦੇ ਵਿੱਚ ਬੈਠ ਕੇ ਗੁਰਬਾਣੀ ਨੂੰ ਸੁਣਨਾ ਅਤੇ ਪੜ੍ਹਨਾ, ਗਾਉਣਾ ਇੱਕ ਨਾ ਇੱਕ ਦਿਨ ਅੰਮ੍ਰਿਤਮਈ ਜੀਵਨ ਬਣ ਜਾਂਦਾ ਹੈ। ਵਰਨਾ ਜਿਹੜੀ ਜ਼ਿੰਦਗੀ ਤੇ ਲਗਾਤਾਰ ਜ਼ਹਿਰ ਦੀ ਵਰਖਾ ਹੋ ਰਹੀ ਹੈ ਤੇ ਉਸ ਜ਼ਿੰਦਗੀ ਨੂੰ ਇੱਕ ਨਾ ਇੱਕ ਦਿਨ ਜ਼ਹਿਰ ਦਾ ਰੂਪ ਬਣਨਾ ਹੀ ਪੈ ਜਾਂਦਾ ਹੈ। ਕਿਉਂਕਿ ਨਿੱਤ ਜ਼ਹਿਰ ਇਕੱਠੀ ਹੋਈ ਜਾਂਦੀ ਹੈ, ਲਗਾਤਾਰ ਇੱਕ ਬਹੁਤ ਸਾਰਾ ਵੱਡਾ ਢੇਰ ਜ਼ਹਿਰ ਦਾ ਬਣ ਜਾਂਦਾ ਹੈ। ਫਿਰ ਇਹ ਜ਼ਿੰਦਗੀ ਨਹੀਂ ਰਹਿੰਦੀ, ਜ਼ਹਿਰ ਦਾ ਰੂਪ ਬਣ ਜਾਂਦੀ ਹੈ। ਕੇਵਲ ਇਕੱਲੀ ਮਨੁੱਖਤਾ ਵਾਸਤੇ ਅੰਮ੍ਰਿਤਮਈ ਜ਼ਿੰਦਗੀ ਬਖਸ਼ੀ ਹੈ ਪਰਮਾਤਮਾ ਨੇ, ਤੇ ਪਰਮਾਤਮਾ ਨੇ ਆਪਣੇ ਬੋਲ ਮਨੁੱਖਤਾ ਨੂੰ ਹੀ ਬਖਸ਼ੇ ਨੇ ਤਾਂ ਕਿ ਇਸ ਦੀ ਜਿਹੜੀ ਜ਼ਿੰਦਗੀ ਹੈ ਅੰਮ੍ਰਿਤਮਈ ਰਹੇ। ਪਰ ਜੇ ਕੋਈ ਮਨੁੱਖ ਆਪਣੇ ਹਿਸਾਬ ਦੇ ਨਾਲ ਚਲਾਕੀਆਂ ਕਰਦਾ ਹੈ, ਚਤੁਰਾਈਆਂ ਕਰਦਾ ਹੈ, ਫਿਰ ਇਹ ਕਦੇ ਵੀ ਪਰਮਾਤਮਾ ਨੂੰ ਚਤਰ ਚਲਾਕੀਆਂ ਦੇ ਨਾਲ ਨਹੀਂ ਪਾ ਸਕਦਾ। ਮਨੁੱਖ ਦੇ ਕੋਲ ਸ਼ਰਧਾ ਦਾ ਭਾਂਡਾ ਹੋਵੇ, ਪਰਮਾਤਮਾ ਦੇ ਦਰ 'ਤੇ ਲੈ ਕੇ ਆਵੇ ਤੇ ਗੁਰੂ ਮਹਾਰਾਜ ਜੀ ਉਸ ਦੇ ਵਿੱਚ ਦਾਤਾਂ ਪਾਉਂਦੇ ਨੇ। ਕਿਉਂਕਿ ਦਾਤ ਜਿੱਡਾ ਕੁ ਭਾਂਡਾ ਹੋਵੇ ਓਡੀ ਕੁ ਦਾਤ ਪਾਈ ਜਾਂਦੀ ਹੈ। ਔਰ ਜਿਹੋ ਜਿਹਾ ਬਰਤਨ ਹੋਵੇ। ਇੱਕ ਰਾਜਾ ਸਾਧੂਆਂ ਦੇ ਕੋਲ ਜਾ ਕੇ ਕਹਿਣ ਲੱਗਿਆ, ਮਹਾਤਮਾ ਜੀ ਤੁਹਾਨੂੰ ਸਾਰੀ ਦੁਨੀਆ ਪੂਜਦੀ ਹੈ ਤੇ ਜਿਹੜਾ ਸਿਮਰਨ ਬੰਦਗੀ ਤੁਸੀਂ ਕਰਦੇ ਹੋ ਉਹ ਸਿਮਰਨ ਬੰਦਗੀ ਤੁਸੀਂ ਮੈਨੂੰ ਵੀ ਦੇ ਦਿਓ। ਕਿਉਂਕਿ ਦੁਨੀਆ ਪੂਜਦੀ ਮੈਨੂੰ ਵੀ ਹੈ, ਪਰ ਮੈਨੂੰ ਦੁਨੀਆ ਡਰ ਕੇ ਪੂਜਦੀ ਹੈ। ਰਾਜਾ ਕਰਕੇ ਮੈਂ ਪੂਜਿਆ ਜਾਂਦਾ। ਮੇਰੇ ਕੋਲ ਤੇ ਕੁਛ ਲੋਕ ਆਉਂਦੇ ਨੇ, ਕੁਛ ਨਹੀਂ ਆਉਂਦੇ, ਪਰ ਤੁਹਾਡੇ ਕੋਲ ਤੇ ਸਾਰੀ ਦੀ ਸਾਰੀ ਦੁਨੀਆ ਆਉਂਦੀ ਹੈ। ਤੇ ਮੈਂ ਚਾਹੁੰਦਾ ਕਿ ਜਿਸ ਹਿਸਾਬ ਦੇ ਨਾਲ ਤੁਹਾਡੀ ਪੂਜਾ ਹੁੰਦੀ ਹੈ ਨਾ, ਉਸ ਹਿਸਾਬ ਦੇ ਨਾਲ ਮੇਰੀ ਵੀ ਪੂਜਾ ਸੰਸਾਰ ਦੇ ਵਿੱਚ ਹੋਵੇ। ਉਹ ਮਹਾਤਮਾ ਜੀ ਕਹਿਣ ਲੱਗੇ, ਰਾਜਨ ਪਰਮਾਤਮਾ ਦਾ ਜਿਹੜਾ ਨਾਮ ਹੈ ਇਹ ਬਹੁਤ ਅਮੋਲਕ ਵਸਤੂ ਹੈ ਤੇ ਹਰ ਇੱਕ ਹਿਰਦੇ ਦੇ ਵਿੱਚ ਨਹੀਂ ਰਹਿੰਦਾ। ਕਹਿੰਦੇ ਨਹੀਂ, ਤੁਸੀਂ ਕਿਰਪਾ ਕਰਿਓ। ਕਹਿਣ ਲੱਗੇ ਚਲੋ ਠੀਕ ਹੈ, ਅਸੀਂ ਕੱਲ੍ਹ ਨੂੰ ਤੇਰੇ ਘਰ ਵਿੱਚ ਆਵਾਂਗੇ, ਤੈਨੂੰ ਪਰਮਾਤਮਾ ਦਾ ਨਾਮ ਦੇ ਦੇਵਾਂਗੇ। ਕਹਿੰਦੇ ਠੀਕ ਹੈ। ਉਹਨੇ ਰਾਜੇ ਨੇ ਘਰ ਵਿੱਚ ਭੋਜਨ ਤਿਆਰ ਕੀਤਾ ਤੇ ਉਹ ਭੋਜਨ ਛਕਣ ਵਾਸਤੇ ਸਾਧੂ ਮਹਾਤਮਾ ਜੀ ਗਏ ਮੰਡਲੀ ਸਮੇਤ। ਮਹਾਤਮਾ ਜੀ ਜਦ ਘਰ ਦੇ ਵਿੱਚ ਗਏ ਤੇ ਪੰਗਤ ਲੱਗੀ। ਰਾਜਾ ਆਪ ਸੇਵਾ ਕਰਨ ਲੱਗ ਗਿਆ। ਚਲੋ ਕਹਿੰਦੇ ਮਹਾਤਮਾ ਘਰ ਵਿੱਚ ਆਏ ਨੇ, ਅੱਜ ਨਾਮ ਲੈਣਾ ਮਹਾਤਮਾ ਜੀ ਤੋਂ, ਸੇਵਾ ਕਰਦੇ ਹਾਂ। ਜਦ ਆਪ ਸੇਵਾ ਕਰਨ ਲੱਗ ਗਿਆ ਨਾ, ਜਿਹੜੇ ਮਹਾਤਮਾ ਜੀਆਂ ਨੇ ਨਾਮ ਦੇਣਾ ਸੀ ਉਹਨਾਂ ਕੋਲ ਜਿਹੜਾ ਬਰਤਨ ਸੀਗਾ ਨਾ, ਜਿਹੜੇ ਬਰਤਨ ਦੇ ਵਿੱਚ ਉਹਨਾਂ ਨੇ ਭੋਜਨ ਛਕਣਾ ਸੀ, ਉਹ ਬਰਤਨ ਮਹਾਤਮਾ ਜੀ ਨੇ ਚਿੱਕੜ ਦੇ ਨਾਲ ਲਪੇੜ ਕੇ ਲੈ ਗਏ। ਚਿੱਕੜ ਦੇ ਨਾਲ। ਰਾਜਾ ਜਦੋਂ ਭੋਜਨ ਵਰਤਾਉਣ ਲੱਗਿਆ, ਸਾਰਿਆਂ ਨੂੰ ਵਰਤਾਉਂਦਾ ਗਿਆ। ਜਦੋਂ ਉਸ ਮਹਾਤਮਾ ਜੀ ਦੇ ਕੋਲ ਗਿਆ ਨਾ,
ਤੇ ਉਹਨਾਂ ਨੇ ਆਪਣਾ ਖੱਪਰ ਸੀ ਜਿਹੜਾ ਰਾਜੇ ਦੇ ਮੂਹਰੇ ਕਰਤਾ, ਕਹਿੰਦੇ ਇਹਦੇ ਵਿੱਚ ਭੋਜਨ ਪਾ ਦੇ। ਰਾਜਾ ਆਪਣੀ ਸੋਚ ਰੱਖਣ ਵਾਲਾ ਹੱਸ ਕੇ ਕਹਿਣ ਲੱਗਿਆ, ਮਹਾਤਮਾ ਜੀ ਤੁਹਾਨੂੰ ਇੰਨੀ ਗੱਲ ਦਾ ਵੀ ਨਹੀਂ ਪਤਾ ਕਿ ਤੇ ਖੱਪਰ ਚਿੱਕੜ ਦੇ ਨਾਲ ਲਿਬੜਿਆ ਹੋਇਆ, ਜੇ ਮੈਂ ਇਹਦੇ ਵਿੱਚ ਭੋਜਨ ਪਾਤਾ ਤੇ ਤੁਸੀਂ ਇਹ ਭੋਜਨ ਛਕੋਗੇ ਕਿਵੇਂ? ਇਹ ਤੇ ਭੋਜਨ ਵੀ ਖਰਾਬ ਹੋ ਜਾਊਗਾ, ਚਿੱਕੜ ਦਾ ਤੇ ਪਹਿਲਾਂ ਲਿਬੜਿਆ ਹੋਇਆ ਤੁਹਾਡਾ ਖੱਪਰ। ਮਜ਼ਾਕੀਆ ਰੂਪ ਦੇ ਵਿੱਚ ਅਕਸਰ ਦੁਨੀਆ ਜਿਹੜਾ ਮਜ਼ਾਕ ਕਰਦੀ ਹੈ, ਇਹ ਪਹਿਲਾਂ ਕਿਸੇ ਨੂੰ ਛੋਟਾ ਸਮਝਿਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹਦੇ ਨਾਲ ਮਜ਼ਾਕ ਕੀਤਾ ਜਾਂਦਾ ਹੈ। ਮਜ਼ਾਕ ਪਰ ਕਈ ਵਾਰੀ ਕੀਤਾ ਹੋਇਆ ਮਜ਼ਾਕ ਮਨੁੱਖ ਦੀ ਜ਼ਿੰਦਗੀ 'ਤੇ ਬੜਾ ਭਾਰੂ ਪੈ ਜਾਂਦਾ ਹੈ। ਦੁਰਵਾਸਾ ਰਿਸ਼ੀ ਨੂੰ ਯਾਦਵਾਂ ਦੇ ਬੱਚਿਆਂ ਨੇ ਮਜ਼ਾਕ ਕੀਤਾ ਸੀ, ਕਹਿੰਦੇ 10 ਰਿਸ਼ੀ ਇਹ ਬੱਚੇ ਦੀ ਪੇਟ ਦੇ ਵਿੱਚੋਂ ਲੜਕਾ ਜਨਮ ਲਵੇਗਾ ਜਾਂ ਲੜਕੀ ਜਨਮ ਲਵੇਗੀ? ਦੁਰਵਾਸਾ ਰਿਸ਼ੀ ਨੇ ਫਿਰ ਬਚਨ ਕਰ ਦਿੱਤਾ ਸੀ, ਕਹਿੰਦਾ ਇਸ ਬੱਚੇ ਦੀ ਕੁੱਖ ਦੇ ਵਿੱਚੋਂ ਜਿਹੜਾ ਜਨਮ ਲਊਗਾ ਤੁਹਾਡੀ ਯਾਦਵਾਂ ਦੀ ਕੁਲ ਨੂੰ ਨਾਸ ਕਰ ਦਊਗਾ। ਉਹਨਾਂ ਸਮਿਆਂ ਦੇ ਵਿੱਚ ਯਾਦਵਾਂ ਨੇ ਬੜੇ ਯਤਨ ਕੀਤੇ ਵੀ ਕਿਵੇਂ ਨਾ ਕਿਵੇਂ ਮਹਾਤਮਾ ਦਾ ਵਾਪਸ ਬਚਨ ਹੋ ਜਾਵੇ। ਭਗਵਾਨ ਕ੍ਰਿਸ਼ਨ ਜੀ ਖੁਦ ਯਾਦਵਾਂ ਦੀ ਕੁਲ ਦੇ ਵਿੱਚੋਂ ਸਨ, ਸ਼ਾਇਦ ਹੋ ਸਕਦਾ ਪਰ ਬਚਨ ਨਹੀਂ ਟਲਿਆ। ਮਜ਼ਾਕ ਕਰਨਾ ਬਹੁਤ ਮਹਿੰਗਾ ਪੈ ਜਾਂਦਾ ਹੈ। ਹੱਸ ਕੇ ਕਹਿਣ ਲੱਗਿਆ, ਕਹਿੰਦੇ ਮਹਾਤਮਾ ਜੀ ਤੁਹਾਨੂੰ ਇੰਨਾ ਹੀ ਨਹੀਂ ਪਤਾ ਕਿ ਤੇ ਖੱਪਰ ਦੇ ਚਿੱਕੜ ਦੇ ਨਾਲ ਲਿਬੜਿਆ ਹੋਇਆ ਹੈ, ਤੇ ਜੇ ਮੈਂ ਇਹਦੇ ਵਿੱਚ ਭੋਜਨ ਪਾ ਦਿੱਤਾ ਤੇ ਮੇਰੇ ਘਰ ਦਾ ਕੀਤਾ ਹੋਇਆ 36 ਪ੍ਰਕਾਰ ਦਾ ਭੋਜਨ ਹੈ ਜਿਹੜਾ ਉਹ ਖਰਾਬ ਹੋ ਜਾਊਗਾ। ਕਹਿੰਦੇ ਰਾਜਨ ਕੀ ਫਿਰ ਤੂੰ ਇਹਦੇ ਵਿੱਚ ਭੋਜਨ ਹੁਣ ਨਹੀਂ ਪਾਏਗਾ? ਕਹਿਣ ਲੱਗੇ ਮਹਾਤਮਾ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਮੈਂ ਇਹਦੇ ਵਿੱਚ ਭੋਜਨ ਪਾਇਆ ਤੇ ਭੋਜਨ ਖਰਾਬ ਹੋ ਜਾਊਗਾ। ਬਸ ਕਹਿੰਦੇ ਤੇਰੇ ਕੋਲੇ ਇਹੋ ਹੀ ਕੰਮ ਆਏ ਸੀ, ਤੂੰ ਸਾਡੇ ਅਸਥਾਨ ਤੇ ਗਿਆ ਸੀ ਕਿ ਸਾਨੂੰ ਨਾਮ ਦੇ ਦਿਓ। ਰਾਜਨ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਉਹ ਸਾਫ ਸੁਥਰੇ ਭਾਂਡੇ ਦੇ ਵਿੱਚ ਪਾਇਆ ਜਾਂਦਾ ਹੈ, ਚਿੱਕੜ ਦੇ ਲਿਬੜਿਆਂ ਭਾਂਡਿਆਂ ਦੇ ਵਿੱਚ ਨਹੀਂ ਪਾਇਆ ਜਾਂਦਾ। ਜੇ ਤੇਰਾ ਬਣਿਆ ਹੋਇਆ ਇਹ ਭੋਜਨ ਚਿੱਕੜ ਵਾਲੇ ਭਾਂਡੇ ਦੇ ਵਿੱਚ ਪੈ ਕੇ ਖਰਾਬ ਹੋ ਜਾਊਗਾ ਨਾ, ਤੇ ਪਰਮਾਤਮਾ ਦਾ ਨਾਮ ਜਿਹੜਾ ਤੈਨੂੰ ਦੇ ਦਿੱਤਾ ਚਿੱਕੜ ਸਮਾਨ ਤੇਰੀ ਜ਼ਿੰਦਗੀ ਦੇ ਵਿੱਚ, ਤੂੰ ਉਹਨੂੰ ਵੀ ਦਾਗ ਲਾ ਦੇਵੇਂਗਾ। ਇਸ ਲਈ ਜੇ ਸਾਡੇ ਖੱਪਰ ਦੇ ਵਿੱਚ ਚਿੱਕੜ ਲਿਬੜੇ ਜੇ ਹੋਏ ਖੱਪਰ ਦੇ ਵਿੱਚ ਭੋਜਨ ਨਹੀਂ ਨਾ ਪੈਂਦਾ, ਤੇਰੀ ਦੇਹੀ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਨਹੀਂ ਪੈਂਦਾ। ਪਹਿਲਾਂ ਆਪਣੀ ਜ਼ਿੰਦਗੀ ਨੂੰ ਸਾਫ ਸੁਥਰੀ ਕਰ, ਜਿੰਨਾ ਇਹਦੇ ਚਿੱਕੜ ਸਮਾਨ ਇਸ ਨੂੰ ਲੱਗਿਆ ਹੋਇਆ ਹੈ, ਬੇਈਮਾਨੀਆਂ, ਠੱਗੀਆਂ, ਚੋਰੀਆਂ, ਬੜਾ ਕੁਛ ਕਰਦਾ ਹੈ, ਇਹ ਸਾਰੇ ਦਾ ਸਾਰਾ ਪਹਿਲਾਂ ਚਿੱਕੜ ਸਾਫ ਕਰ ਲੈ। ਜਿਸ ਦਿਨ ਤੇਰਾ ਹਿਰਦਾ ਸ਼ੁੱਧ ਹੋ ਗਿਆ, ਉਦੋਂ ਸ਼ੁੱਧ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਅਸੀਂ ਟਿਕਾ ਦੇਣਾ। ਇਹ ਸ਼ੁੱਧ ਹਿਰਦੇ ਦੇ ਵਿੱਚ ਟਿਕਦਾ ਹੈ, ਸ਼ੁੱਧ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਟਿਕਦਾ ਹੈ। ਚਤਰ ਚਲਾਕੀਆਂ ਤੇ ਮਜ਼ਾਕ ਕਰਨ ਵਾਲਿਆਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਟਿਕਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦ ਅਨੰਦਪੁਰ ਸਾਹਿਬ ਸਨ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕੁਝ ਸੰਗਤ ਦੇ ਸਰੀਰ ਆਏ ਮਨੁੱਖਾਂ ਦੇ, ਕੁਝ ਕੁ 5-7 ਜਾਣੇ ਮਨੁੱਖ ਆਏ ਕਿ ਚਲੋ ਦਰਸ਼ਨ ਕਰਕੇ ਆਉਂਦੇ ਹਾਂ। 5-7 ਦਿਨ ਗੁਰੂ ਸਾਹਿਬ ਜੀ ਮਹਾਰਾਜ ਕੋਲ ਰਹੇ, ਤੇ ਜਦੋਂ ਜਾਣ ਲੱਗੇ ਨਾ, ਗੁਰੂ ਸਾਹਿਬ ਜੀ ਮਹਾਰਾਜ ਤੋਂ ਆਗਿਆ ਲੈਣ ਗਏ। ਕਹਿੰਦੇ ਮਹਾਰਾਜ ਜੀ ਸਾਨੂੰ ਆਗਿਆ ਦੇ ਦਿਓ, ਅਸੀਂ ਵਾਪਸ ਹੁਣ ਘਰਾਂ ਨੂੰ ਜਾਣਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਾਈ ਠੀਕ ਹੈ, ਚਲੋ ਤੁਸੀਂ ਆਏ, ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਇੰਨੇ ਦਿਨ ਭੋਜਨ ਪਾਣੀ ਛਕਿਆ ਹੈ,
बहुत चंगी गल है। चलो जे तुहाडा हुण मन करदा कि असीं घर नूं जाइए तो चले जाओ, जाना तो है अपने घर। वो कहन लगे ना महाराज जिन्ना दिन तुहाडे कोले असीं रहे महाराज असीं ते तुहाडे चरनां दे विच स्वर्गां दे झूटे लेंदे रहे हां, सचखंड दे विच ही रहे हां। गुरु गोबिंद सिंह जी महाराज नूं पता लग गया। गुरु गोबिंद सिंह महाराज नूं अंतरजामी महाराज जी उन्होंने पता लग गया कि ये बाहरों कुछ होर बोलते ने, अंदरों कुछ होर ने, मजाकिया रूप दे विच कह रहे सी असीं हुण अपने घर जाना है। स्वर्गां दे झूटे ले चतराई करते सी, वो भी गुरु गोबिंद सिंह जी महाराज दे नाल। ते गुरु गोबिंद सिंह जी महाराज अंतरजामी सन, उन्होंने पता सी कि ये चतराइयां कर रहे हैं। गुरु गोबिंद सिंह जी महाराज कहन लगे जिहड़े तुसीं बोल बोलदे हो ना कि इत्थे ते स्वर्गां दे झूटे लेते ने, बिल्कुल सचखंड दे विच रहे हैं, घर जाके तुसीं की करोगे, इत्थे ही रह पो तुसीं साडे कोल, होर रहो तुसीं 5-7 दिन। वो तो करते सी महाराज दे नाल मजाक। ते जदों गुरु गोबिंद सिंह महाराज ने बचन कर दिता तो उन्होंने रहना पिया। दरबारचियां नूं महाराज ने कह दिता, कहंदे इन्हां 5-7 शरीरां दी तुसीं पूरी निगाह रखनी है, आनंदपुर साहिब तो ये बाहर ना जाण। चलाकियां करते ने, चतराइयां करते ने। कहन लगे ठीक है महाराज जी, सारी संगत आवे जावे। उन्होंने कहा भी आपां ते गुरु साहिब जी महाराज दे नाल मजाक कीता सी, ते हुण ते गुरु साहिब ने बचन कर दिता कि तुसीं होर इत्थे रहो। ते जे इन्ना टाइम गुरु साहिब जी महाराज दे कोल रहे तो घर का की हाल होवेगा। कुछ क दिन लंघे, उन्होंने कहा चलो, कहते गुरु साहिब जी महाराज नूं किहड़ा पता है, चलो होर एक चलाकी खेडते हैं। उन्हां दे विचों एक शरीर लंबा पै गया, उन्होंने अर्थी सजा ली। जिउंदे जागदे शरीर नूं अर्थी ते पा के ते आनंदपुर साहिब तो बाहर ले जाण लगे ने। दरबारची दे जदों कोल आए, भाई कौन है, कहंदे साडे नाल दा एक शरीर चढ़ाई कर गया ते असीं इस शरीर नूं लैके अपने घर वापस जा रहे हैं। दुनिया दुनिया दे नाल चलाकियां नहीं करदी, अकाल पुरख दे नाल भी चलाकियां करदी है, चतराइयां। दुनिया केवल ते केवल झूठ बाहर नहीं मारदी, गुरु साहिब जी महाराजियां दे कोल भी आके झूठ मारदे ने। गुरु साहिब जी महाराजियां दे कोल भी झूठे अपने नाम लेंदे ने, बड़ा झूठ मारदे ने। पर गुरु साहिब जी महाराज सब कुछ जाने जान ने। वो दरबारची सिंह कहन लग्या, कहंदे जी तुहाडे 7 शरीरां वास्ते ते गुरु साहिब की सख्त हदायत है सानू कि तुहानू बाहर नहीं जाण देना, पर फिर भी तुसीं शरीर नूं इत्थे रख लो। चलो कहंदे असीं गुरु गोबिंद सिंह महाराज तो आग्या ते लै लईए, गुरु साहिब जी महाराजियां तो आग्या तो बिना असीं तुहानू बाहर नहीं जाण दे सकते। उन्होंने एक दरबारची नूं भेजिया इशारा करके, कहंदे जाओ तुसीं गुरु गोबिंद सिंह महाराज तो आग्या लेके आओ। जदों दरबारची गुरु गोबिंद सिंह महाराज कोले गया ना, कहंदे महाराज जिहड़े 5-7 शरीरां दी तुसीं स्पैशल सानू आग्या कीती सी कि बाहर नहीं जाण देना, उन्हां दे विचों एक शरीर चढ़ाई कर गया ते वो चढ़ाई कीते हुए शरीर नूं अपने घर ले जाना चाहुंदे ने। दरबार दे बाहर बैठे हन ते बाहर जाना चाहुंदे ने। गुरु गोबिंद सिंह जी महाराजियां नूं कौन समझावे। गुरु साहिब जी महाराज कहन लगे, सिंघो चलो, कहंदे जे उन्हां दे विचों कोई शरीर चढ़ाई कर गया, असीं तुहाडे नाल चलदे हां, असीं भी कोई अरदास बेनती करांगे। गुरु गोबिंद सिंह महाराज भी नाल आ गए।
ਜਦੋਂ ਮਿਰਤੂ ਸਰੀਰ ਦੇ ਕੋਲ ਸਾਰੇ ਜਾਣੇ ਬੈਠੇ ਰੋ ਰਹੇ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਤੇ ਆਏ ਨੂੰ ਕਹਿਣ ਲੱਗੇ, ਮਹਾਰਾਜ ਸਾਡੇ ਨਾਲ ਤੇ ਬਹੁਤ ਮਾੜੀ ਘਟਨਾ ਹੋ ਗਈ, ਸਾਡੇ ਨਾਲ ਦਾ ਸਮਕਾਲੀ ਚੜ੍ਹਾਈ ਕਰ ਗਿਆ। ਬੜਾ ਵਾਰਤਾਲਾਪ ਕਰਨ, ਬੜੇ ਰੋਣੇ ਰੋਣ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚ ਮੰਨ ਲੈਣ ਕਿ ਵਾਕਈ ਇਹ ਚੜ੍ਹਾਈ ਕਰ ਗਿਆ। ਬੜੇ ਰੋਣੇ ਰੋਂਦੀ ਹੈ ਦੁਨੀਆ, ਤਾਂ ਕਿ ਇਸ ਦੁਨੀਆ ਨੂੰ ਪਤਾ ਲੱਗ ਜੇ ਕਿ ਵਾਕਈ ਅਸੀਂ ਅੰਦਰੋਂ ਦੁਖੀ ਹਾਂ। ਪਰ ਮਾਫ ਕਰਨਾ, ਅੰਦਰੋਂ ਦੁਖੀ ਕੋਈ ਨਹੀਂ ਹੁੰਦਾ, ਅੰਦਰੋਂ ਕੋਈ ਦੁਖੀ ਨਹੀਂ ਹੁੰਦਾ। ਭਾਵੇਂ ਇੱਕ ਸਰੀਰ ਚੜ੍ਹਾਈ ਕਰ ਜਾਵੇ, ਉਹਨੂੰ 100 ਜਾਣਾ ਰੋਣ ਵਾਲਾ ਬੈਠਾ ਹੁੰਦਾ ਹੈ। ਜਿਹੜੇ ਪਰਿਵਾਰ ਦਾ ਕੋਈ ਮਨੁੱਖ ਚੜ੍ਹਾਈ ਕੀਤਾ ਹੈ, ਉਸੇ ਪਰਿਵਾਰ ਨੂੰ ਪਤਾ ਹੈ ਕਿ ਉਹਦਾ ਕਿੰਨਾ ਵੱਡਾ ਘਾਟਾ ਸਾਨੂੰ ਪਿਆ ਹੈ। ਬਾਕੀ ਤੇ ਸਭ ਦੇ ਸਭ ਜਿਹੜੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਗੁਰਬਾਣੀ ਦੇ ਅਨੁਸਾਰ ਧੰਦਾ ਪਿਟਿਓ ਭਾਈਓ ਤੁਮ ਕੂੜ ਕਮਾਵੋ, ਇਹ ਤੇ ਸਾਰੇ ਦੇ ਸਭ ਕੂੜ ਕਮਾਉਂਦੇ ਨੇ। ਤੇ ਮਿਰਤੂ ਸਰੀਰ ਨੂੰ ਦੁਨੀਆ ਕਦੇ ਕੋਈ ਇਕੱਲੇ ਪਰਿਵਾਰ ਵਾਲੇ ਰੋਂਦੇ ਨੇ, ਇਕੱਲੇ ਪਰਿਵਾਰ ਵਾਲੇ ਨਹੀਂ, ਜਿਹੜਾ ਆਈ ਜਾਂਦਾ ਹੈ, ਕੋਈ ਰਿਸ਼ਤੇਦਾਰ ਆ ਜੇ, ਸਾਗ ਸੰਬੰਧੀ ਆ ਜੇ, ਜਿਹੜਾ ਵੀ ਆਈ ਜਾਂਦਾ ਹੈ, ਸਭ ਦੇ ਸਭ ਰੋਂਦੇ ਨੇ, ਸਭ ਦੇ ਸਭ ਰੋਂਦੇ ਨੇ। ਜਦੋਂ ਅਕਾਲ ਪੁਰਖ ਮਹਾਰਾਜ ਜੀ ਇਸ ਧਰਤੀ ਤੇ ਕਿਸੇ ਮਨੁੱਖ ਨੂੰ ਭੇਜਦੇ ਨੇ, ਦੁਨੀਆ ਬੜੀ ਹੱਸਦੀ ਹੈ ਕਿ ਪਰਮਾਤਮਾ ਨੇ ਬਹੁਤ ਵਧੀਆ ਦਾਤ ਦਿੱਤੀ, ਤੇ ਜਿਹੜੀ ਪਰਮਾਤਮਾ ਨੇ ਦਾਤ ਸਾਨੂੰ ਦਿੱਤੀ ਸੀ, ਉਹੀ ਪਰਮਾਤਮਾ ਉਹੀ ਦਾਤ ਹੁਣ ਸਾਡੇ ਕੋਲੋਂ ਵਾਪਸ ਲੈ ਕੇ ਜਾ ਰਿਹਾ ਹੈ। ਤੋ ਜਦੋਂ ਅਸੀਂ ਪਰਮਾਤਮਾ ਤੋਂ ਦਾਤ ਲੈਤੀ ਸੀ, ਉਦੋਂ ਤਾਂ ਬੜੇ ਖੁਸ਼ ਸੀਗੇ। ਅੱਜ ਜਦੋਂ ਪਰਮਾਤਮਾ ਦੀ ਦਾਤ ਪਰਮਾਤਮਾ ਨੂੰ ਵਾਪਸ ਕਰਨੀ ਪਏਗੀ, ਅਸੀਂ ਬੜੇ ਰੋਨੇ, ਬੜੇ ਰੋਨੇ। ਹੁਣ ਤੇ ਰਹੁ ਰੀਤ ਰਿਵਾਜ ਵੱਖੋ ਵੱਖਰੇ ਨੇ, ਇੱਕ ਦੂਜੇ ਦੇ ਸ਼ਰੀਕੇ ਕਬੀਲੇ ਦੇ ਵਿੱਚ, ਰਿਸ਼ਤੇਦਾਰੀ ਦੇ ਵਿੱਚ ਰੋਣ ਦੀਆਂ ਵੀ ਵੀਡੀਆਂ ਚੜ੍ਹੀਆਂ ਹੋਈਆਂ ਨੇ। ਜਿਵੇਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਵੀਡੀਆਂ ਚੜ੍ਹਦੀਆਂ ਸੀ ਕਿ ਤੂੰ 2-4 ਦਿਨ ਸਾਡੇ ਖੇਤ ਕੰਮ ਕਰਾਇਆ, ਹੁਣ 5-4 ਦਿਨ ਤੂੰ ਸਾਡੇ ਘਰ ਖੇਤ ਦੇ ਵਿੱਚ ਕੰਮ ਕਰਾ, ਉਹਨੂੰ ਵੀਡੀਆਂ ਕਹਿੰਦੇ ਸੀ, ਵੀੜੀ ਇੱਕ ਦੂਜੇ ਨਾਲ। ਇਹ ਰੋਣ ਦੀਆਂ ਵੀ ਵੀਡੀਆਂ ਚੱਲਦੀਆਂ ਨੇ। ਅੱਜ ਕੱਲ੍ਹ ਦੁਨੀਆ ਤਰੱਕੀ ਕਰ ਗਈ ਹੈ ਕਿ ਉਹ ਸਾਡੇ ਘਰ ਦੇ ਵਿੱਚ ਆ ਕੇ ਰੋਏ ਸੀ, ਅਸੀਂ ਉਹਨਾਂ ਦੇ ਘਰ ਦੇ ਵਿੱਚ ਰੋਣਾ ਹੈ। ਮਰਨ ਵਾਲੇ ਸਰੀਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ, ਕੁਛ ਵੀ ਨਹੀਂ ਹੁੰਦਾ। ਗੁਰਬਾਣੀ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਜਿਹੜੇ ਪਰਮਾਤਮਾ ਨੇ ਤੁਹਾਨੂੰ ਦਾਤ ਦਿੱਤੀ ਸੀ, ਉਹੀ ਪਰਮਾਤਮਾ ਆਪਣੀ ਦਾਤ ਨੂੰ ਆਪਣੇ ਕੋਲ ਵਾਪਸ ਲੈ ਕੇ ਗਿਆ। ਤੁਸੀਂ ਕਿਹਦਾ ਰੋਣਾ ਕਰਦੇ ਹੋ? ਜਦੋਂ ਪਰਮਾਤਮਾ ਨੇ ਦਾਤ ਦਿੱਤੀ, ਤੁਸੀਂ ਬੜੇ ਖੁਸ਼ ਹੋਏ, ਤੇ ਹੁਣ ਪਰਮਾਤਮਾ ਆਪਣੀ ਚੀਜ਼ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾ ਰਿਹਾ, ਤੁਸੀਂ ਕਾਹਦੇ ਵਾਸਤੇ ਦੁਖੀ ਹੁੰਦੇ ਹੋ? ਪਰ ਨਹੀਂ, ਦੁਨੀਆ ਕੋਈ ਇੱਕ ਅੱਧਾ ਦਿਨ, ਕੋਈ 1-2 ਦਿਨ ਚੁੱਪ ਕਰ ਜਾਂਦੇ ਨੇ। ਲਗਾਤਾਰ ਜਿੰਨਾ ਚਿਰ ਭੋਗ ਨਹੀਂ ਪੈਂਦਾ, ਤੜਕੇ ਆਥਣੇ ਦੁਪਹਿਰੇ ਫਿਰ ਚੱਲਦਾ ਸਾਰਾ ਕੁਛ। ਆਪਾਂ ਨੂੰ ਸਾਰਿਆਂ ਨੂੰ ਪਤਾ ਇਸ ਗੱਲ ਦਾ। ਕੋਈ ਇਹ ਥੋੜ੍ਹਾ ਹੀ ਹੈ ਵੀ ਕਿਉਂ ਕੋਈ ਮਿਰਤੂ ਸਰੀਰ ਦੀ ਪ੍ਰਾਣੀ ਦੇ ਵਿੱਚ ਕੋਈ ਹੱਥ ਵਿੱਚ ਗੁਟਕਾ ਚੱਕ ਕੇ ਤੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੋਵੇ, ਜਾਂ ਕੋਈ ਹੱਥ ਵਿੱਚ ਗੁਟਕਾ ਚੱਕ ਕੇ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਹੋਵੇ। ਇਹ ਤੇ ਹੋਇਆ ਹੀ ਨਹੀਂ ਕਦੇ। ਬਸ ਰੋਣਾ ਹੈ, ਤੇ ਜਦਾਈਆਂ ਦੇ ਨਾਲ ਰੋਇਆ ਜਾਂਦਾ। ਵੱਧ ਤੋਂ ਵੱਧ ਉੱਚੀਆਂ ਉੱਚੀਆਂ ਆਵਾਜ਼ਾਂ, ਵੱਧ ਤੋਂ ਵੱਧ ਟਾਈਮ ਰੋਇਆ ਜਾਵੇ, ਜਿਵੇਂ ਰੋ ਕੇ ਇਹ ਵਾਪਸ ਮੋੜ ਲਿਆਉਣਗੇ ਉਹਨੂੰ। ਪਰਮਾਤਮਾ ਦੀ ਦਾਤ ਹੈ, ਪਰ ਠੀਕ ਹੈ ਅਸੀਂ ਕਲਯੁਗੀ ਜੀਵ ਹੈ। ਜਿੰਨੇ ਪਰਮਾਤਮਾ ਦੇ ਬੋਲ ਨੇ ਉਹਨਾਂ 'ਤੇ ਸਾਥੋਂ ਪੂਰਾ ਨਹੀਂ ਉਤਰਿਆ ਜਾਂਦਾ। ਇਸ ਗੱਲ ਵਿੱਚ ਕੋਈ ਗਿਲਾ ਸ਼ਿਕਵਾ ਨਹੀਂ ਹੈ। ਅਸੀਂ ਕਲਯੁਗੀ ਜੀਵ ਨਹੀਂ ਪੂਰਾ ਉਤਰਿਆ ਜਾਂਦਾ। ਪਰ ਜਿਹੜਾ ਪਰਮਾਤਮਾ ਨੇ ਸਾਨੂੰ ਰਸਤਾ ਦਿਖਾਇਆ ਹੈ, ਉਸ ਰਸਤੇ 'ਤੇ ਚੱਲਣ ਦੇ ਤੇ ਅਸੀਂ ਯਤਨ ਕਰ ਹੀ ਸਕਦੇ ਹਾਂ। ਉਹ 'ਤੇ ਯਤਨ ਕਰ ਹੀ ਸਕਦੇ ਹਾਂ। ਗੁਰੂ ਸਾਹਿਬ ਜੀ ਮਹਾਰਾਜ ਉਪਦੇਸ਼ ਦੇਣ ਵਾਸਤੇ ਘਰੇ ਜਾਂਦੇ ਨੇ।
गुरु साहिब जी महाराज एक प्राणी राही सारे परिवार को उपदेश देना चाहते हैं। अगाहां तो सारा परिवार इन्ना सियाणा होंदा, वो 5-4 जाने होर इकट्ठे करके रोन लग जाते, वो सारा कुछ गुरु ग्रंथ साहिब नूं सुनाई जाते रहंदे। गुरु ग्रंथ साहिब जी कदे कोई गल सुनदा, वो गुरु ग्रंथ साहिब नूं सुणाउंदे ने कि ऐ लै परमात्मा तू साडे घर विच आया, असीं तैनूं दसदे हां भी सानूं किन्ना वड्डा दुख लग्या होया है। सारे इकट्ठे होके, क्योंकि कुछ तो जिहड़े है मृत्यु शरीर तो बाद जिहड़ा है 5-7 दा रिश्तेदार घर विच बैठे हुंदे ने। 9-9 दिन ते वो नहीं घर दा खड़ा छड्डदे, कहंदे दुख मनाउण वास्ते आए। काहदा दुख मनाउण वास्ते आए? जिहड़ा दुखी सी उह ते चढ़ाई कर गया लगातार। खैर ये कोई जिन्नी परमात्मा ने जिहड़ी सानूं दात दित्ती है, वो जद भी परमात्मा अपनी दात वापस लैके जांदा है, दुख ते हुंदा है, पर इन्ना भी दुख ना भारू करिए जिंदगी ते कि जिंदगी बिल्कुल रोगां दा रूप ही धारण कर जाए, बिल्कुल रोगां दा रूप धारण कर जाए। असीं परमात्मा दे बोलां दे उपर खरे नहीं उतर सकते, पर परमात्मा दे दसे हुए मार्ग ते चल सकते हैं। आ गुरबाणी नूं पढ़न वाले, गुरबाणी नूं सुनन वाले हाल इन्हां दा भी साडा भी बुरा ही है। असीं ते बड़े रब दे भगत बन के बैठे हुंदे आ, बड़े भगत भी, बहुत वधिया भगत हां असीं रब दे। ते जदों मृत्यु शरीर ते कोई सहज पाठ होवे, अखंड पाठ होवे, फिर महाराज नूं असीं बोल सुणाउने आ, बोल सुणाउने आ, बड़े बोल सुणाउने आ। तो सानूं इन्हां गल्लां तो बिल्कुल संकोच करना चाहिए कि जिथे गुरु ग्रंथ साहिब का प्रकाश है, ग्रंथी सिंह बाणी पढ़ रहा, तो साडा फर्ज बनता है कि सारा परिवार बैठ के गुरबाणी नूं सुने, ताकि परिवार नूं पता लगे कि गुरु ग्रंथ साहिब साडे घर आए ने, ते गुरु ग्रंथ साहिब जी महाराज दा साडे प्रति अते जिहड़ा प्राणी चढ़ाई कीता उहदे प्रति गुरु साहिब दा उपदेश की है। वो तो असीं सुनना नहीं, असीं ते गुरु ग्रंथ साहिब जी महाराज नूं उपदेश सुणाउने आ, सुणाउने। 5-4 जाने रिश्तेदार होंदे ने, 5-7 कोई ना कोई गवांढी आंढी गवांढी आ जाते हैं। फिर जदों ग्रंथी सिंह बाणी पढ़ता है, फिर वो ग्रंथी नूं ही पता भी उहदे नाल हाल की हुंदा है, कि वो गुरु ग्रंथ साहिब की बाणी पढ़े जां जिहड़े असीं अपने घर दे विच प्रवचन बैठे करी जाने हुंदे आ, वो सुणे उन्हां ने। ते ग्रंथी सिंह पढ़न वाला एक हुंदा है, ते 5-7 जाने रोण वाले हुंदे ने, कोई हाल नहीं हुंदा। खैर ये तो एवें विचकार गल चल पई है। गुरु साहिब जी महाराज किरपा करन। गुरु गोबिंद सिंह महाराज जदों कोल आए ना, कहंदे महाराज साडे ते प्राणी चढ़ाई कर गया, बड़ा दुख है। बड़े रोण विचारे कि असीं ते महाराज बहुत दुखी हाँ, ते उन्हां दा रोना झूठा सी। हुण गुरु गोबिंद सिंह महाराज नूं कौन समझावे? गुरु गोबिंद सिंह जी महाराज कहन लगे, भाई ये प्राणी साडे कोल रहिंदा होया सेवा करदा चढ़ाई कीता है, असीं अपने हत्थां दे नाल इहदा संस्कार करांगे। उत्थे फिर उन्होंने कहा भी ते काम गलत हो गया। गुरु साहिब जी महाराज ते आग्या नहीं दे रहे, ते पता उन्होंने सीगा कि शरीर जिहड़ा असीं मृत्यु कही बैठे हैं, शरीर यह जिउंदा है। गुरु गोबिंद सिंह महाराजियां ने ਸਿੰਘਾਂ तो डंडा मंगवाया, उत्ते रूं लपेट के कहंदे भाई रूं नूं अग ला दिओ, इस शरीर का असीं इत्थे ही संस्कार करना है। जदों गुरु गोबिंद सिंह जी महाराजियां ने वो रूं नूं अग ला के ते नेड़े करन लगे ना, जिहड़ा मृत्यु शरीर होए पिया सीगा, ते उठ के भज लिया। हुण जिउंदे जी अग कौन लवावे? जदों उठ के भज लिया तो गुरु गोबिंद सिंह जी महाराज कहन लगे, भाई तो जिउंदा है। फिर सारे दे सारे बैठे ने, की बोलन? गुरु गोबिंद सिंह महाराज नूं कहन लगे, महाराज असीं तुहाडे घर दे विच आके बड़ियां वड्डियां वड्डियां भुल्लां कीतियां ने, कोई छोटियां भुल्लां नहीं कीतियां। पहले तो असीं तुहानूं झूठ मारिया, चलाकी दे नाल मजाकीय रूप दे विच असीं तुहानूं कहा कि तुहाडे घर दे विच असीं स्वर्गां दे झूटे लेते ने, तुहाडे घर दे विच ते असीं बिल्कुल सचखंड दे विच रहे हैं। वो साडा झूठ सी।
बड़ा झूठ मारिया, क्योंकि बहुत सारियां जिहड़ियां वडियाइयां हुंदियां ने, जिहड़ियां वडियाइयां हुंदियां ने, ये वडियाइयां भी कई वारी मनुख नूं झूठियां वडियाइयां करदा है। झूठियां वडियाइयां भी तूं ते समाज दे विच आम गल है ना, तू ते बहुत चंगा बंदा है, बड़ा सिरमौर है, तेरे वर्गा ते कोई होया ही नहीं, बड़ियां वड्डियां वडियाइयां करदे। ये झूठियां हुंदियां ने, सब दियां सब झूठियां हुंदियां ने। इंज कह लो कि जे कोई वडियाइयां करे तो समझ लेना भी दुनिया दियां 98% वडियाइयां झूठियां ने। जे सच्चियां होवन, जे सच्चियां वडियाइयां होवन तो दुनिया मनुख दे नालों कदे टुटेगी नहीं, भावें उहदी खातर जान भी क्यों ना कुरबान करनी पै जावे। सच्चियां वडियाइयां करदे सी भाई मती दास, सती दास, गुरु साहिब जी महाराज दियां आरे दे नाल चीरे गए, रूह दे विच लपेट के जिउंदियां नूं अगन भेट किया गया, पर गुरु साहिब जी महाराज का दर नहीं छड्डिया। सच्चियां वडियाइयां जिहड़े करदे ने, कहंदे महाराज असीं ते तुहानूं बड़ा वड्डा झूठ मारिया सी। गुरु गोबिंद सिंह महाराज कहन लगे, तुसीं अपनी जबान दे विचों अज बोलदे हो ना कि असीं तुहानूं बड़ा वड्डा झूठ मारिया सी, जदों तुसीं झूठ मार रहे सी सानूं उसे वक्त ही पता सीगा कि तुसीं झूठ मार रहे, तां ही असीं तुहानूं इत्थे रखिया सी। ते उस तो बाद जिहड़ा आ तुसीं कर्म कीता, ਇਹਦੇ ਨਾਲ ਤੁਹਾਨੂੰ ਇਹ ਸੀ कि किवें ना किवें करके ਅਸੀਂ गुरु साहिब जी महाराज जियां दे घर दे विचों वापस अपने घर चले जाइए। चतराइयां दे नाल, चलाकियां दे नाल रब नूं कदे पाया नहीं जाता। तुसीं चतराइयां करदे हो रब दे नाल, तुसीं परमात्मा दे नाल चलाकियां करदे हो, ਇਹਦੇ ਨਾਲ परमात्मा किसी नूं नहीं मिलिया करदा। गुरु गोबिंद सिंह जी महाराज कहन लगे, सज्जनों इस समाज दे विच आए हो तो कुछ ना कुछ लाहा खट के जाओ। किते भी असी जाने कुछ लाहे वास्ते जाने, शहर बाजार जाने कुछ लैन जाने, रिश्तेदारी च जाने कुछ ना कुछ लैन वास्ते, कुछ करन वास्ते, कुछ ना कुछ तो जिथे भी जाने कोई ना कोई तो लाहा खटते हैं। रिश्तेदारी दे विचों, आंढ गवांढ दे विचों, नगर खेड़े दे विचों, परदेसां दे विच बच्चे जाते हैं, उत्थे भी कोई ना कोई लाहा लैंदे ने। सारी जगह तो कोई ना कोई लाहा लैंदा है बंदा, पर जिथे गुरु ग्रंथ साहिब जी महाराज का प्रकाश होवे इत्थे कोई लाहा लैण दी ये गल नहीं करता, कोई लाहा नहीं लैंदा। मजाल है कोई लाहा लैके इत्थों ते अपने घर तक जांदा, याद रख ले कि गुरु साहिब जी महाराज का अज का हुक्मनामा साहिब की आया सी, अज गुरु साहिब जी महाराज का उपदेश की आया सी, अज कथा दे विच की सुनाया गया, ये सारा कुछ वो नहीं चेते रहिंदा। तो गुरु साहिब जी महाराज का जिहड़ा हुक्म है, जिहड़ा गुरु साहिब का शब्द है, जिंदगी का निपटारा गुरु के शब्द ने करना है, होर किसी ने नहीं करना। तो गुरु साहिब जी महाराज उन्होंने उपदेश दिता गुरु गोबिंद सिंह महाराज ने कि भाई चलाकियां दे नाल मजाक करके झूठ मार के कदे रब नूं नहीं पाया जाता। तो रब नूं पाउण दीयां जिहड़ियां गल्लां ने ये शरधा दे नाल गुरु साहिब जी अकाल पुरख दे अगे झुकना पैंदा है, ते फिर परमात्मा उस भांडे दे विच नाम दी दात पा दिंदे ने। तो पहले बर्तन मनुख नूं आप साफ करना पैंदा है, जिहड़े मनुख ने परमात्मा दा नाम लेना है। तो गुरु साहिब जी महाराज जियां दी जिन्हें बर्तन साफ अपना कर लिया, साफ बर्तन होवे ते फिर किसी भी घर दे विच चलिया जावे उहदे विच अगला भोजन पा दिंदा है। जे बर्तन चिक्कड़ दे नाल लिबड़िया होवे, किसी भी घर दे विच जावो, किसी भी घर दे विचों उहदे विच कोई भोजन नहीं पाऊगा। परमात्मा दे करोड़ां दर ने इस धरती दे टुकड़े ते, जेड़े मर्जी दर ते चले जाओ, अगरवाइज जे साफ बर्तन हैगा, साफ बर्तन दे विच ते हर एक जगह तो परमात्मा अपने नाम दी दात भांडे विच पा दूगा। वरना जे बर्तन ना साफ होया, भावें सारी दी सारी जिंदगी परमात्मा दे दर ते ला दी, इहदे विच दात नहीं पैनी, इहदे विच दात नहीं पैनी। तो गुरु साहिब जी महाराज जियां दी दात है कि मनुख परमात्मा का नाम जपे, परमात्मा के नाम दे विच सारा कुछ आ जाता। जिवें हाथी दीयां पैड़ां विच सारे जानवरां दीयां पैड़ां आ जांदियां ने ना, परमात्मा का नाम जदों जपदे आ
ਉਹਦੇ ਵਿੱਚ ਫਿਰ ਅਸਲੀ ਜ਼ਿੰਦਗੀ ਦਾ ਰਸ ਕੀ ਹੈ, ਆਨੰਦ ਕੀ ਹੈ, ਖੇੜਾ ਕੀ ਹੈ, ਇਹ ਰਸਮਈ ਅੰਮ੍ਰਿਤਮਈ ਜ਼ਿੰਦਗੀ ਕੀ ਹੈ, ਪਰਮ ਪਦ ਕੀ ਹੈ, ਇਹ ਸਾਰਾ ਕੁਝ ਉਸ ਤੋਂ ਬਾਅਦ ਪ੍ਰਾਪਤ ਹੁੰਦਾ ਹੈ ਬੰਦੇ ਨੂੰ। ਫਿਰ ਉਸ ਜ਼ਿੰਦਗੀ ਦਾ ਪਤਾ ਲੱਗਦਾ ਕਿ ਆਨੰਦ ਦੀ ਜ਼ਿੰਦਗੀ ਕਿਹਨੂੰ ਕਹਿੰਦੇ ਨੇ। ਜਦੋਂ ਆਨੰਦ ਆਵੇ, ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਚਲਾਕੀਆਂ ਦੇ ਨਾਲ, ਝੂਠ ਮਾਰ ਕੇ, ਬੇਈਮਾਨੀਆਂ ਕਰਕੇ ਇਹਨਾਂ ਦੇ ਨਾਲ ਰੱਬ ਨਹੀਂ ਮਿਲਦਾ। ਜਦ ਵੀ ਰੱਬ ਮਿਲਦਾ ਹੈ ਤੇ ਹਮੇਸ਼ਾ ਭੋਲੇਪਨ ਦੇ ਵਿੱਚ ਰੱਬ ਮਿਲਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।